ਹੈਲੋ ਦੋਸਤੋ, ਵੈਲਕਮ ਟੂ ਮਾਈ YouTube ਚੈਨਲ ਡਿਕਟੇਸ਼ਨ ਸਟੈਨੋ ਫॉर ਯੂ। ਇੱਥੇ ਤੁਹਾਨੂੰ ਪਤਾ ਚੱਲਦਾ ਜੀ, ਇੱਥੇ ਤੁਹਾਨੂੰ ਸਾਰੀਆਂ ਉਹ ਪੋਸਟਾਂ ਮਿਲਣਗੀਆਂ ਜਿਹੜੀਆਂ ਕਿ ਪੰਜਾਬ ਸਰਕਾਰ ਵੱਲੋਂ ਸਮੇਂ-ਸਮੇਂ 'ਤੇ ਨਿਕਲਦੀਆਂ ਹਨ। ਉਹ ਸਾਰੀ ਪੋਸਟਾਂ ਇਸ ਚੈਨਲ 'ਤੇ ਤੁਸੀਂ ਦੇਖ ਸਕਦੇ ਹੋ ਜੀ। ਉਸ ਨੂੰ ਕਿਵੇਂ ਭਰਨਾ ਹੈ, ਉਸ ਦੇ ਵਿੱਚ ਉਹਨਾਂ ਦੀ ਸੈਲਰੀ ਕਿੰਨੀ ਹੋਏਗੀ, ਸਿਲੈਕਸ਼ਨ ਪ੍ਰੋਸੈਸ ਕਿਵੇਂ ਹੋਏਗਾ, ਉਹ ਸਾਰਾ ਕੁਝ ਤੁਹਾਨੂੰ ਇਸ ਚੈਨਲ ਦੇ ਉੱਪਰ ਸਮੇਂ-ਸਮੇਂ 'ਤੇ ਜਿਹੜੀਆਂ ਵੀ ਵੀਡੀਓਜ਼ ਜਿਹੜੀ ਵੀ ਰਿਕਰੂਟਮੈਂਟਸ ਨਿਕਲਣਗੀਆਂ ਉਹਦੇ 'ਤੇ ਵੀਡੀਓਜ਼ ਪੈਣਗੀਆਂ ਜੀ। ਤੁਸੀਂ ਇਸ ਕਰਕੇ ਕੀ ਕਰਨਾ ਹੈ ਜੀ, ਇਸ ਚੈਨਲ ਨੂੰ ਜਲਦੀ ਤੋਂ ਜਲਦੀ ਸਬਸਕ੍ਰਾਈਬ ਕਰ ਲੈਣਾ ਹੈ ਅਤੇ ਨੋਟੀਫਿਕੇਸ਼ਨ ਬੈਲ ਆਈਕਨ ਨੂੰ ਦਬਾ ਦੇਣਾ ਹੈ ਤਾਂ ਕਿ ਆਉਣ ਵਾਲੀਆਂ ਸਾਰੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਨੂੰ ਪਹੁੰਚ ਸਕਣ ਅਤੇ ਤੁਸੀਂ ਜ਼ਿਆਦਾ ਤੋਂ ਜ਼ਿਆਦਾ ਇਸ ਦਾ ਫਾਇਦਾ ਉਠਾ ਸਕੋ ਜੀ। ਚਲੋ ਜੀ, ਹੁਣ ਆਪਾਂ ਸਟਾਰਟ ਕਰਦੇ ਹਾਂ ਜੀ। PSPCL ਵੱਲੋਂ ਜੀ ਜਿਹੜੀ ਸਟਾਰਟਿੰਗ ਡੇਟ ਹੈ ਜੀ ਉਹ ਨਿਕਾਲ ਦਿੱਤੀ ਗਈ ਹੈ ਜੀ। ਉਹ 11/6/2021 ਤੋਂ ਸਟਾਰਟ ਹੋ ਚੁੱਕੀਆਂ ਨੇ ਜੀ। ਜਿਹੜੇ PSPCL ਵੱਲੋਂ ਜਿਹੜੀ ਪੋਸਟਾਂ ਕੱਢੀਆਂ ਸੀ ਜੀ, 18 ਪੋਸਟਾਂ ਸੀਗੀਆਂ ਜੀ। ਰੈਵਨਿਊ ਅਕਾਊਂਟੈਂਟ ਦੀਆਂ 549 ਸੀ, ਕਲਰਕ ਦੀਆਂ ਜੀ 75 ਸੀ ਜੀ, JE ਇਲੈਕਟ੍ਰੀਕਲ ਦੀਆਂ 290 ਸੀ ਜੀ, ਅਸਿਸਟੈਂਟ ਸਬਸਟੇਸ਼ਨ ਅਟੈਂਡੈਂਟ ਅਤੇ 1700 ਪੋਸਟਾਂ ਸੀਗੀਆਂ ਜੀ ਅਸਿਸਟੈਂਟ ਲਾਈਨਮੈਨ ਦੀਆਂ। ਅਤੇ ਤੁਹਾਨੂੰ ਮੈਂ ਦੱਸ ਦੇਵਾਂ ਕਿ ਇਹਨਾਂ ਦੀ ਜਿਹੜੀ ਔਨਲਾਈਨ ਰਜਿਸਟ੍ਰੇਸ਼ਨ ਹੈ ਜੀ ਉਹ ਸਟਾਰਟ ਹੋ ਚੁੱਕੀ ਹੈ ਜੀ 11 ਤਰੀਕ ਤੋਂ। ਇਹਦੀ ਜਿਹੜੀ ਕਲੋਜ਼ਿੰਗ ਡੇਟ ਹੈ ਉਹ ਅਗਲੇ ਮਹੀਨੇ 25 ਜੁਲਾਈ ਤੱਕ ਹੈਗੀ ਹੈ ਜੀ। ਤੁਸੀਂ ਇਸ ਕਰਕੇ ਕੀ ਕਰਨਾ ਜੀ, ਇਸ ਨੂੰ ਜਲਦੀ ਤੋਂ ਜਲਦੀ ਫਿਲ ਕਰ ਦੇਣਾ। ਲਾਸਟ ਡੇਟ ਤੱਕ ਤੁਸੀਂ ਨਹੀਂ ਰੁਕਣਾ। ਇਹਨਾਂ ਨੇ ਨੋਟ ਬਣਾ ਕੇ ਉਰੇ ਕਹਿ ਦਿੱਤਾ ਜੀ। ਉਹਨਾਂ ਨੇ ਕਿਹਾ ਜੀ, ਕੈਂਡੀਡੇਟਸ ਆਰ ਐਡਵਾਈਜ਼ਡ ਟੂ ਅਪਲਾਈ ਐਜ਼ ਸੂਨ ਐਜ਼ ਪੋਸੀਬਲ ਇੰਸਟੈਡ ਆਫ ਵੇਟਿੰਗ ਟਿਲ ਲਾਸਟ ਡੇਟ ਆਫ ਔਨਲਾਈਨ ਰਜਿਸਟ੍ਰੇਸ਼ਨ। ਠੀਕ ਹੈ ਜੀ, ਆਓ ਜੀ ਆਪਾਂ ਇਸ ਨੋਟੀਫਿਕੇਸ਼ਨ ਨੂੰ ਡਿਟੇਲ ਨਾਲ ਪੜ੍ਹਦੇ ਹਾਂ। ਅੱਗੇ ਕੈਟਾਗਰੀ ਦੇਖ ਲੈਣਾ ਜੀ, ਕਿਸ ਕੈਟਾਗਰੀ ਦੀ ਕਿੰਨੀਆਂ ਪੋਸਟਾਂ ਨੇ। ਜਿਹੜੇ ਰੈਵਨਿਊ ਅਕਾਊਂਟੈਂਟ ਨੇ ਜੀ ਉਹਨਾਂ ਲਈ ਟੋਟਲ ਨੰਬਰ ਆਫ ਪੋਸਟ 12 ਨੇ, ਜਿਨ੍ਹਾਂ ਵਿੱਚ ਵੂਮੈਨਸ ਲਈ 3 ਪੋਸਟਾਂ ਜਿਹੜੀਆਂ ਹੈਗੀਆਂ ਜੀ ਉਹ ਰਾਖਵੀਆਂ ਨੇ। ਕਲਰਕ ਲਈ ਜੀ 214 ਪੋਸਟਾਂ ਨੇ ਜੀ ਟੋਟਲ, ਜਿਸ ਦੇ ਵਿੱਚੋਂ 60 ਪੋਸਟਾਂ ਨੇ ਜਿਹੜੇ ਉਹ ਵੂਮੈਨਸ ਲਈ ਰਾਖਵੀਆਂ ਨੇ। ਇਸੀ ਤਰੀਕੇ ਨਾਲ ਤੁਸੀਂ ਸਾਰੀਆਂ ਦੇਖ ਸਕਦੇ ਹੋ ਜੀ। ਜਿਹੜੀ ਵੀ ਤੁਸੀਂ ਕੈਟਾਗਰੀ ਨੂੰ ਬਿਲੋਂਗ ਕਰਦੇ ਹੋ, ਇਸ ਦੇ ਵਿੱਚੋਂ ਤੁਸੀਂ ਦੇਖ ਸਕਦੇ ਹੋ ਜੀ ਕਿਸ ਦੀਆਂ ਕਿੰਨੀਆਂ ਪੋਸਟਾਂ ਨੇ। ਇਸ ਦੀ ਨੋਟੀਫਿਕੇਸ਼ਨ ਹੈ ਜੀ ਜਿਹੜੀ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਾਂਗਾ ਜੀ। ਤੁਸੀਂ ਉਸ ਦੇ ਵਿੱਚ ਸਾਰੀ ਪੂਰੀ ਨੋਟੀਫਿਕੇਸ਼ਨ ਪੜ੍ਹ ਲੈਣੀ ਹੈ ਜੀ ਅਤੇ ਇਸ ਨੂੰ ਜਲਦੀ ਤੋਂ ਜਲਦੀ ਫਿਲ ਕਰ ਦੇਣਾ, ਕਿਉਂਕਿ ਲਾਸਟ ਡੇਟ ਦੇ ਵਿੱਚ ਕਿਆ ਹੁੰਦਾ ਜੀ, ਇਹਨਾਂ ਦੀ ਜਿਹੜੀ ਸਾਈਟ ਹੈ ਜੀ ਉਹ ਬਹੁਤ ਹੈਵੀ ਹੋ ਚੁੱਕੀ ਹੁੰਦੀ ਹੈ। ਇਸ ਕਰਕੇ ਆਪਾਂ ਰਿਸਕ ਨਹੀਂ ਲੈਣਾ। ਅਤੇ ਇਹ ਟੈਕਨੀਕਲ ਪੋਸਟਾਂ ਨੇ ਜੀ, ਜਿਵੇਂ ਕਿ JE ਇਲੈਕਟ੍ਰੀਕਲ ਦੀਆਂ 30 ਪੋਸਟਾਂ ਨੇ, ਜਿਸ ਦੇ ਵਿੱਚੋਂ 9 ਵੂਮੈਨਸ ਲਈ ਰਾਖਵੀਆਂ ਨੇ। ਅਸਿਸਟੈਂਟ ਲਾਈਨਮੈਨ ਅਟੈਂਡੈਂਟ ਸੀ ਜੀ 663 ਪੋਸਟਾਂ ਨੇ। ਠੀਕ ਹੈ ਜੀ, ਐਵੇਂ ਤੁਸੀਂ ਸਾਰੀ ਦੇਖ ਸਕਦੇ ਹੋ ਜੀ। ਇਸ ਤੋਂ ਇਲਾਵਾ ਜੀ ਕੁਝ ਨੋਟ ਇਹਨਾਂ ਨੇ ਲਿਖਿਆ ਹੋਇਆ ਜੀ। The reservation of posts are reserved categories is applicable for candidates of Punjab domicile only. All reserved categories candidates are required to produce Punjab domicile issued on or after 1/1/2021. PSPCL reserves the right to increase or decrease the number of posts। मतलब है कोई भी पोस्ट जो PSPCL है घटा वधा सकते जी। इस तो इलावा जी कैंਡੀਡੇਟਸ ਆਰ ਐਡਵਾਈਜ਼ ਟੂ ਰੀਡ ਦਾ ਕੈਟਾਗਰੀ ਵਾਈਜ਼ ਬ੍ਰੇਕਅਪ ਆਫ ਪੋਸਟ ਵੈਰੀ ਕੇਅਰਫੁਲੀ। ਅਤੇ ਜਿਵੇਂ ਕਿ ਮੈਂ ਪਹਿਲਾਂ ਦੱਸਿਆ ਜੀ, ਇਹ ਤੁਸੀਂ ਪਹਿਲੇ ਹੀ ਸਾਰਾ ਪੜ੍ਹ ਲੈਣਾ ਜੀ ਕਿ ਕਿਸ ਕੈਟਾਗਰੀ ਤੋਂ ਤੁਸੀਂ ਬਿਲੋਂਗ ਕਰਦੇ ਹੋ ਅਤੇ ਉਹਨਾਂ ਦੀ ਕੈਟਾਗਰੀ ਵਾਈਜ਼ ਬ੍ਰੇਕਅਪ ਕਿਵੇਂ ਹੋਇਆ ਪਿਆ। ਪੋਸਟਾਂ ਨੰਬਰ ਆਫ ਪੋਸਟ ਤੁਸੀਂ ਦੇਖ ਲੈਣੀ ਜੀ। ਇਸ ਤੋਂ ਇਲਾਵਾ ਜੀ ਅੱਗੇ ਚੱਲਦੇ ਹਾਂ ਜੀ। ਅੱਗੇ ਕੁਆਲੀਫਿਕੇਸ਼ਨਸ ਦੇਖਦੇ ਹਾਂ ਜੀ। ਇਹਨਾਂ ਲਈ ਕੁਆਲੀਫਿਕੇਸ਼ਨਸ ਉਹਨਾਂ ਨੇ ਕੀ ਮੰਗੀਆਂ। ਜਿਹੜੇ ਰੈਵਨਿਊ ਅਕਾਊਂਟੈਂਟ ਨੇ ਉਹਨਾਂ ਦੇ ਨੰਬਰ ਆਫ ਪੋਸਟ 18 ਨੇ ਟੋਟਲ। ਉਹਨਾਂ ਲਈ ਉਹਨਾਂ ਨੇ ਸਿਰਫ BCom ਮੰਗੀ ਹੈ ਜੀ 60% ਨਾਲ, ਜਾਂ ਤੁਸੀਂ MCom ਕੀਤੀ ਹੋਵੇ ਜੀ 50% ਨਾਲ, ਤਾਂ ਉਹ ਰੈਵਨਿਊ ਅਕਾਊਂਟੈਂਟ ਦੀ ਪੋਸਟ ਭਰ ਸਕਦਾ ਹੈ। ਕਲਰਕ ਦੀ ਪੋਸਟ ਵਾਸਤੇ ਜੀ ਤੁਹਾਨੂੰ ਇੱਕ ਬੈਚਲਰ ਡਿਗਰੀ ਫਰੋਮ ਅ ਰਿਕੋਗਨਾਈਜ਼ਡ ਯੂਨੀਵਰਸਿਟੀ, ਇੱਕ ਤਾਂ ਤੁਹਾਨੂੰ BA ਚਾਹੀਦੀ ਹੈ ਜੀ। ਇਸ ਤੋਂ ਇਲਾਵਾ ਤੁਹਾਨੂੰ 120 ਘੰਟਿਆਂ ਦਾ ਜਿਹੜਾ ਕੰਪਿਊਟਰ ਦਾ ਸਰਟੀਫਿਕੇਟ ਹੈ ਜੀ ਉਹ ਚਾਹੀਦਾ। ਠੀਕ ਹੈ ਜੀ, ਜੇ ਤੁਹਾਡੀ ਗ੍ਰੈਜੂਏਸ਼ਨ ਹੀ ਕਿਸੇ ਕੰਪਿਊਟਰ ਦੇ ਸਬਜੈਕਟ ਦੇ ਵਿੱਚ ਹੈਗੀ ਹੈ ਤਾਂ ਤੁਹਾਨੂੰ 120 ਘੰਟਿਆਂ ਦਾ ਜਿਹੜਾ ਸਰਟੀਫਿਕੇਟ ਹੈ ਉਸ ਦੀ ਲੋੜ ਨਹੀਂ ਹੈ ਜੀ, ਤੁਸੀਂ ਤਾਂ ਵੀ ਅਪਲਾਈ ਕਰ ਸਕਦੇ ਹੋ। ਇਸ ਤੋਂ ਇਲਾਵਾ ਜੀ ਪੰਜਾਬੀ ਪਾਸ ਹੋਣੀ ਚਾਹੀਦੀ ਹੈ ਜੀ 10ਵੀਂ ਦੇ ਵਿੱਚ।
तो इन्होंने एक होर कंडीशन देती जी, इन्होंने कहता जी कैंडीडेट विल बी रिक्वायर्ड टू पास इंग्लिश एंड पंजाबी टाइपिंग टेस्ट एज पर PSPCL रिक्वायरमेंट विद इन प्रोबेशन पीरियड। कि तुहानू प्रोबेशन पीरियड के अंदर अंदर जोड़ा 3 साल का थोड़ा प्रोबेशन पीरियड होएगा उस दे विच तुहानू इंग्लिश तो पंजाबी दोनों की टाइपिंग टेस्ट पास करनी होगी। ठीक है जी। इस तो इलावा आप अगे गल कर लें जी JE इलैक्ट्रिकल। इन्होंने इस दे विच की मंगया जी, नंबर ऑफ पोस्ट 75 ने। इन्होंने फुल टाइम रेगूलर 3/4 ईयर्स डिप्लोमा इन इलैक्ट्रिकल डिप्लोमा मंगया जी इन्होंने विद मिनिमम 60% मार्क्स। ठीक है जी। उस तो इलावा या तो ਤੁਹਾਡੇ ਕੋਲ AMIE इन इलैक्ट्रिकल विद 50% मार्क्स, तो ਉਹ जिस ਕੋਲ इलैक्ट्रिकल का यह कोर्स है जी डिप्लोमा है जी, वो जूनीयर इलैक्ट्रिकल इंजीनियर का फॉर्म भर सकते हैं जी। असिस्टेंट लाइनमैन वास्ते जी उन्होंने एक 10वीं का मंगया जी मैट्रिकुलेशन। एक उन्होंने द कैंडीडेट्स हु पोजेस हायर एजुकेशन डिग्री डिप्लोमा। ठीक है जी। इफ़ दे हैव मिनिमम क्वालिफिकेशन दैट इज़ नेशनल सर्टिफिकेट इन लाइनमैन ट्रेड। असिस्टेंट लाइनमैन वास्ते जी 10वीं मंगी है जी। उस तो बाद अगे आ जाओ जी असिस्टेंट सब स्टेशन अटेंडेंट। ठीक है जी। उन्होंने वास्ते तुसीं देख सकते हो जी उन्होंने की मंगया फुल टाइम रेगूलर कोर्स इन ITI इलैक्ट्रिकल इलैक्ट्रीशियन वायरमैन विद मिनिमम 60% मार्क्स, 2 ईयर्स अप्रेंटिसशिप एक्सपीरियंस इन PSEB नाउ PSPCL। ठीक है जी। इस कोई भी तुहाडे कोल एक चीज़ ही है जी, तुसीं भर सकते हो जी। इस तो बाद आप पे स्केल की गल करते हैं जी। पे स्केल उन्होंने 17/7/2020 की जी एक लैटर कटी सी पंजाब सरकार वालों, उसका उन्होंने हवाला देंदे हुए कहा जी उन्होंने पे स्केल मिलेगा। पे स्केल इन्होंने मैंशन नहीं किया, लेकिन जोड़ा क्लर्क का सारिਆਂ ਨੂੰ ही पता है जी 19,900 जोड़ा है जी और पे स्केल मिलेगा जी 17/7/20 के हिसाब से। ठीक है जी। नॉलेज ऑफ पंजाबी होनी चाहिए जी। उन्होंने 10वीं दे विच पंजाबी पास की होवे। जिहड़ी इन्होंने एज लिमिट मंगी है जी, एज लिमिट इन्होंने मंगी है जी 18 तो लैके 37 साल तक। तो जिहड़ी रिलैक्सेशनस ने जिहड़े मिलदियां ने जी, जिवें SC कैटेगरी के जिहड़े हुंदे जी उन्होंने 5 साल की, एक्स सर्विसमैन हुंदे जी उन्होंने भी कुछ हैगी है जी 3 साल की, परसन विद डिसेबिलिटी उन्होंने 10 साल की। ठीक है जी। ये सारे तुसीं रीड कर लेने जी, एक बार सारे रीड करके तुसीं इसनूं फॉर्म नूं जल्दी तो जल्दी फिल कर देना जी। इसकी लास्ट डेट हैगी है वो 25/7/2021 है जी, मतलब 25 जुलाई हैगी है जी। ठीक है जी। महीना पे, लेकिन फिर भी मैं कहांगा जी तुसीं इनू जल्दी तो जल्दी फिल कर दो, लास्ट टाइम तक ना रुको। रिवेन्यू अकाउंटेंट लिए इन्होंने दस्या जी की एग्जाम के विच आएगा जी, किवें एग्जाम होएगा। रिवेन्यू अकाउंटेंट के विच फाइनांस एंड अकाउंट्स 70 क्वेश्चन आएंगे, जनरल नॉलेज के 10 क्वेश्चन आएंगे, रीजनिंग क्वांटिटेटिव एप्टीट्यूड के 10 क्वेश्चन आएंगे, इंग्लिश के 10 क्वेश्चन आएंगे। ठीक है जी। तो जोड़ा ऑनलाइन एग्जाम होएगा जी और पोस्ट ऑफ क्लर्क ALM एंड ASSA विल बी बाइलिंगल, इंग्लिश पंजाबी दे विच दोनों लैंग्वेजेस दे विच होएगा जी। जोड़ा भी तुहानू ठीक लगेगा जी तुसीं उस दे विच पेपर दे सकते हो जी। ऑनलाइन एग्जाम होएगा जी। ऑनलाइन एग्जामिनेशन फॉर द पोस्ट ऑफ अकाउंटेंट, असिस्टेंट लाइनमैन एंड असिस्टेंट सब स्टेशन अटेंडेंट विल बी कंडक्टेड इन अ सिंगल फेज, दैट इज़ देयर विल ओनली बी 1 एग्जाम फॉर दिस पोस्ट। मतलब जोड़ा असिस्टेंट लाइनमैन है, अटेंडेंट है तो रिवेन्यू अकाउंटेंट है, सिर्फ इन्हों का एको ही पेपर होना है। बट जोड़ा क्लर्क का पेपर है या जोड़ा JE जूनीयर इंजीनियर का पेपर है जी, उन्होंने एक प्री पेपर होएगा जी, एक मेन पेपर होएगा। प्री पेपर दे विच जी 100 मार्क्स का पेपर होएगा। ठीक है जी। उसनों क्लीयर करना होएगा। जो थोड़ा प्री क्लीयर होएगा तो ही थोनों मेन दे विच बैठन दिता जाएगा जी। जोड़ा मेन दे विच आएंगे जी वो 4 टाइम्स आएंगे। 4 टाइम्स मतलब जे 50 बच्चे क्लीयर करते हैं तो इन्होंने मेन्स दे विच 200 बच्चे चकने हैं जी, पहले 200 बच्चे। ठीक है जी। उस तो इलावा जोड़े इन्होंने मिनिमम क्वालीफाइंग मार्क्स करते जी, जनरल कैटेगरी वास्ते 45% करते, रिजर्व कैटेगरी वास्ते 35% करते। मतलब जे तुसी 100 नंबर का पेपर देना जी तो घट्टो घट्ट 45 नंबर आने चाहिए जी, जे तुसी जनरल कैटेगरी तो बिलोंग करते हो।
ਜੇ ਜਨਰਲ ਕੈਟਾਗਰੀ ਤੋਂ ਵਿੱਚੋਂ ਬਿਲੋਂਗ ਕਰਦੇ ਹੋ ਤਾਂ ਤੁਹਾਡੇ 45 ਤੋਂ ਘੱਟ ਨੰਬਰ ਆਏ ਦੈਟ ਮੀਨਸ ਤੁਸੀਂ ਫੇਲ ਕਰਾਰ ਦਿੱਤੇ ਜਾਓਗੇ ਜੀ। ਠੀਕ ਹੈ ਜੀ, ਇਸ ਕਰਕੇ ਜ਼ਿਆਦਾ ਤੋਂ ਜ਼ਿਆਦਾ ਮਿਹਨਤ ਕਰਨੀ ਹੈ ਅਤੇ 45 ਤੋਂ ਉੱਪਰ ਨੰਬਰ ਲੈ ਕੇ ਆਉਣੇ ਜੀ, ਤਾਂ ਹੀ ਤੁਹਾਡਾ ਜਿਹੜਾ ਹੈ ਕਟ ਆਫ ਕਲੀਅਰ ਹੋਏਗੀ ਜੀ। ਇਸ ਦੇ ਵਿੱਚ ਇਹਨਾਂ ਨੇ ਹੋਰ ਵੀ ਕਿਹਾ ਜੀ ਕਿ ਜਿਹੜੀ ਇਹਨਾਂ ਦਾ ਰੋਂਗ ਆਨਸਰ ਹੈ ਜੀ ਉਹ 1/4 25.25 ਜਿਹੜੇ ਨੰਬਰ ਹੈ ਜੀ ਉਹ ਕੱਟੇ ਜਾਣਗੇ। 100 ਮਲਟੀਪਲ ਚੋਇਸ ਕੁਐਸਚਨਸ ਹੋਣਗੇ ਜੀ। ਠੀਕ ਹੈ ਜੀ, देखते हैं जी आगे। अबाउट द टेस्ट ਜਿਹੜੇ ਇਹਨਾਂ ਦੇ ਸੈਂਟਰ ਬਣेंगे ਜੋ ਪੰਜਾਬ ਦੇ ਵਿੱਚ ਹੀ ਬਣਨਗੇ। ਦ ਇਨਫੋਰਮੇਸ਼ਨ ਰਿਗਾਰਡਿੰਗ ਦਾ ਔਨਲਾਈਨ ਟੈਸਟ ਵਿਲ ਬੀ ਮੇਡ ਅਵੇਲੇਬਲ ਔਨ ਆਵਰ ਵੈਬਸਾਈਟ। ਵੈਬਸਾਈਟ 'ਤੇ ਤੁਸੀਂ ਸਮੇਂ-ਸਮੇਂ 'ਤੇ ਜਾ ਕੇ ਦੇਖ ਸਕਦੇ ਹੋ ਜੀ ਇਹਨਾਂ ਦਾ ਕਿ ਔਨਲਾਈਨ ਟੈਸਟ ਕਦੋਂ ਹੋਏਗਾ ਜੀ। ਇਹਨਾਂ ਨੇ ਟਾਈਮ ਆਉਣ 'ਤੇ ਪਾ ਦੇਣਾ ਜੀ, ਇਹ ਤੁਹਾਡਾ ਸੈਂਟਰ ਹੈ, ਐਡਮਿਟ ਕਾਰਡ ਪਾ ਦੇਣਾ ਜੀ, और तुसी चैक करके जी जड़ा है जी पेपर दे सकते हो। फाइनल मैरिट जी निकलनी है जी फॉर द पोस्ट ऑफ रेवेन्यू अकाउंटेंट, असिस्टेंट लाइनमैन एंड असिस्टेंट सब स्टेशन अटेंडेंट। द फाइनल मैरिट शैल बी प्रिपेयर्ड बेस्ड ऑन द मार्क्स secured in online test conducted in single phase examination and for the post of clerk and JE electrical, final merit shall be prepared based on the marks secured in the online test of phase 2 ऑफ मेन एग्जामिनेशन। ठीक है जी, ਜਿਹੜਾ ਆ ਰਹੇ ਹੈ ਜੀ ਜਿਹੜਾ ਅਸਿਸਟੈਂਟ ਅਲਾਈਨਮੈਨ ਹੈ ਅਤੇ ਜਿਹੜਾ ਅਟੈਂਡੈਂਟ ਹੈ ਜੀ ਉਹਨਾਂ ਵਾਸਤੇ ਉਹਨਾਂ ਦਾ ਪੇਪਰ ਇੱਕੋ ਹੀ ਹੋਣਾ ਜੀ, ਉਸ ਦੇ ਵਿੱਚੋਂ ਹੀ ਉਹਨਾਂ ਦੀ ਮੈਰਿਟ ਬਣ ਜਾਏਗੀ। ਉਸ ਤੋਂ ਇਲਾਵਾ ਜਿਹੜੇ ਕਲਰਕ ਹੈ ਜੀ ਜਾਂ ਜਿਹੜਾ JE ਹੈ ਜੀ ਉਹਨਾਂ ਦੇ 2 ਪੇਪਰ ਹੋਣੇ, ਤਾਂ ਉਹਨਾਂ ਦਾ ਜਿਹੜਾ ਮੈਰਿਟ ਬਣੇਗੀ ਜੀ ਉਹ ਸੈਕਿੰਡ ਪੇਪਰ ਮੇਨ ਪੇਪਰ ਦੇ ਵਿੱਚੋਂ ਬਣੇਗੀ। ਠੀਕ ਹੈ ਜੀ, it is informed that online exam conducted for a particular post could be spread across multiple shifts। ਤਾਂ ਜਿਹੜੇ ਪੇਪਰ ਹੋਏਗਾ ਜੋ ਮਲਟੀਪਲ ਸ਼ਿਫਟ ਦੇ ਵਿੱਚ ਹੋਣਗੇ। ਇਨ ਕੇਸ ਆਨਲਾਈਨ ਐਗਜ਼ਾਮੀਨੇਸ਼ਨ ਇਜ਼ ਕੰਡਕਟਡ ਇਨ ਅ ਸਿੰਗਲ ਸ਼ਿਫਟ, ਰਿਜ਼ਲਟ ਫਾਈਨਲ ਮੈਰਿਟ ਲਿਸਟ ਸ਼ੈਲ ਬੀ ਪ੍ਰੀਪੇਅਰਡ ਔਨ ਦ ਬੇਸਿਸ ਆਫ ਐਕਚੁਅਲ ਮਾਰਕਸ ਸਿਕਿਉਰਡ ਬਾਈ ਦ ਕੈਂਡੀਡੇਟ ਇਨ ਆਨਲਾਈਨ ਐਗਜ਼ਾਮੀਨੇਸ਼ਨ। ਜਿਹੜੀ ਮੈਰਿਟ ਬਣਨੀ ਹੈ ਜੀ ਉਹ ਆਨਲਾਈਨ ਐਗਜ਼ਾਮੀਨੇਸ਼ਨ ਦੇ ਬੇਸ 'ਤੇ ਬਣਨੀ ਹੈ ਜੀ। ਡਾਕੂਮੈਂਟ ਚੈਕਿੰਗ ਪ੍ਰੋਸੈਸ ਹੈ ਜੀ ਅੱਗੇ। ਡਾਕੂਮੈਂਟ ਚੈੱਕ ਬਾਅਦ ਦੇ ਵਿੱਚ ਹੋਣਗੇ ਜੀ, ਜਿਵੇਂ ਫੇਸ 2 ਦੇ ਵਿੱਚ ਤੁਸੀਂ ਮੇਨ ਐਗਜ਼ਾਮ ਦੇ ਲਓਗੇ ਜੀ, ਉਸ ਦੇ ਵਿੱਚ ਜਦੋਂ ਤੁਹਾਡੀ ਕਟ ਆਫ ਕਲੀਅਰ ਹੋ ਗਈ ਤੁਸੀਂ ਕਲੀਅਰ ਕਰਕੇ ਉਸ ਤੋਂ ਬਾਅਦ ਡਾਕੂਮੈਂਟ ਵੈਰੀਫਿਕੇਸ਼ਨ ਹੋਏਗੀ ਜੀ। ਠੀਕ ਹੈ ਜੀ, ਆਫਰ ਆਫ ਅਪਾਇੰਟਮੈਂਟ ਜੁਆਇਨਿੰਗ। ਦ ਆਫਰ ਆਫ ਅਪਾਇੰਟਮੈਂਟ for the number of posts to be filled will be given to the successful candidates qualified in online test, provided that the candidate has been found eligible after checking of his documents and have successfully completed the process of document checking। ਤਾਂ ਡਾਕੂਮੈਂਟ ਚੈਕਿੰਗ ਕਰਨ ਤੋਂ ਬਾਅਦ ਜੀ ਤੁਹਾਨੂੰ ਅਪਾਇੰਟਮੈਂਟ ਜੁਆਇਨਿੰਗ ਲੈਟਰ ਦਿੱਤੀ ਜਾਏਗੀ ਜੀ। ਅਪਾਇੰਟਮੈਂਟ ਲੈਟਰ ਦਿੱਤੀ ਜਾਏਗੀ ਜਿਸ ਦਾ ਤੁਸੀਂ ਜੁਆਇਨਿੰਗ ਕਰ ਸਕਦੇ ਹੋ ਜੀ ਉਸ ਤੋਂ ਬਾਅਦ। ਠੀਕ ਹੈ ਜੀ, ਉਸ ਤੋਂ ਇਲਾਵਾ ਦੇਖਦੇ ਹਾਂ ਜੀ ਅੱਗੇ। ਕੈਂਡੀਡੇਟਸ ਵਰਕਿੰਗ ਇਨ ਗਵਰਨਮੈਂਟ, ਸੈਮੀ ਗਵਰਨਮੈਂਟ ਔਰ ਕੋਆਪਰੇਟਿਵ ਆਰਗੇਨਾਈਜੇਸ਼ਨ ਸ਼ੈਲ ਹੈਵ ਟੂ ਸਬਮਿਟ ਨੋ ਆਬਜੈਕਸ਼ਨ ਸਰਟੀਫਿਕੇਟ from their organization after resigning and before joining PSPCL। ਤਾਂ ਤੁਹਾਨੂੰ PSPCL ਜੁਆਇਨ ਕਰਨ ਤੋਂ ਪਹਿਲਾਂ ਜੀ ਨੋ ਆਬਜੈਕਸ਼ਨ ਸਰਟੀਫਿਕੇਟ ਲੈਣਾ ਪਏਗਾ ਜੀ ਆਪਣੇ ਡਿਪਾਰਟਮੈਂਟ ਵੱਲੋਂ। ਠੀਕ ਹੈ ਜੀ, ਜਿਹੜੇ ਵੀ ਬੱਚੇ ਪਹਿਲੇ ਹੀ ਜਿਹੜੇ ਵੀ ਸਟੂਡੈਂਟਸ ਜਿਹੜੇ ਵੀ ਪਹਿਲੇ ਹੀ ਗਵਰਨਮੈਂਟ ਸੈਕਟਰ ਦੇ ਵਿੱਚ ਕੰਮ ਕਰ ਰਹੇ ਜੀ ਉਹਨਾਂ ਨੂੰ ਪਹਿਲੇ ਆਪਣੇ ਡਿਪਾਰਟਮੈਂਟ ਦੇ ਵਿੱਚੋਂ ਨੋ ਆਬਜੈਕਸ਼ਨ ਸਰਟੀਫਿਕੇਟ ਲੈਣਾ ਪਏਗਾ ਜਾਂ ਉੱਥੇ ਰਿਜ਼ਾਈਨ ਦੇਣਾ ਪਏਗਾ ਜੁਆਇਨ ਕਰਨ ਤੋਂ ਪਹਿਲਾਂ ਜੀ PSPCL ਦੀ ਜੌਬ 'ਤੇ। ਠੀਕ ਹੈ ਜੀ, ਅੱਗੇ ਦੇਖਦੇ ਹਾਂ ਜੀ। ਜਿਹੜੀ ਇਹਨਾਂ ਦੀ ਫੀਸ ਹੈ ਜੀ ਆਲ ਕੈਟਾਗਰੀਜ਼ ਐਕਸੈਪਟ SC ਐਂਡ ਪਰਸਨ ਵਿਦ ਡਿਸੇਬਿਲਿਟੀ, ਮਤਲਬ ਜਨਰਲ ਕੈਟਾਗਰੀ ਵੀ ਇਸ ਦੇ ਵਿੱਚੋਂ ਹੀ ਆ ਜਾਂਦੀ ਹੈ ਜੀ। ਉਹਨਾਂ ਲਈ 800 ਰੁਪਏ ਫੀਸ ਹੈ ਜੀ। ਠੀਕ ਹੈ ਜੀ, 144 ਰੁਪਏ ਬੈਂਕ ਨਹੀਂ ਜੀ GST 18% ਹੈਗੇ ਜੀ। ਟੋਟਲ 944 ਰੁਪਏ ਜਿਹੜੇ ਹੈਗੇ ਆ ਜੀ, ਪਲੱਸ ਬੈਂਕਿੰਗ ਚਾਰਜਿਸ। ਬੈਂਕ ਚਾਰਜਿਸ ਵੀ ਹੋਣਗੇ ਜੀ ਜਿਹੜੇ ਵੀ 30 ਜਾਂ 50 ਰੁਪਏ ਹੋਣਗੇ, ਮਤਲਬ 1000 ਰੁਪਏ ਤੱਕ ਦੀ ਤੁਹਾਡੀ ਫੀਸ ਪੈ ਜਾਏਗੀ ਜਨਰਲ ਕੈਟਾਗਰੀ ਦੀ। ਉਸ ਤੋਂ ਇਲਾਵਾ SC ਕੈਟਾਗਰੀ ਲਈ ਜੀ 500 ਰੁਪਏ ਜੀ, 90 ਰੁਪਏ GST ਹੈ ਅਤੇ ਬੈਂਕ ਚਾਰਜਿਸ ਨੇ, ਤਾਂ ਟੋਟਲ ਇਹ 600 ਦੇ ਕਰੀਬ ਬਣ ਜਾਣਗੇ ਜੀ। ਐਵੇਂ ਹੀ ਪਰਸਨ ਵਿਦ ਡਿਸੇਬਿਲਿਟੀ ਨਾਲੇ ਵੀ 600 ਦੇ ਕਰੀਬ ਬਣ ਜਾਣਗੇ ਜੀ। ਠੀਕ ਹੈ ਜੀ, ਅੱਗੇ ਦੇਖਦੇ ਹਾਂ ਜੀ। ਅੱਗੇ ਇਹ ਤੁਸੀਂ ਸਾਰਾ ਰੀਡ ਕਰ ਲੈਣਾ ਜੀ ਕੀ ਇਹਨਾਂ ਨੇ ਲਿਖਿਆ। ਮੋਬਾਈਲ फ़ोन ਅਲਾउਡ ਨਹੀਂ ਹੋਏंगे ਜੀ, ਇਹ ਉਹ ਸਾਰਾ ਕੁਝ ਪੜ੍ਹ ਕੇ ਕਿ ਮੋਬਾਈਲ फ़ोन ਜਿਹੜੇ ਟੈਸਟ ਆਫ ਐਗਜ਼ਾਮੀਨੇਸ਼ਨ ਟੈਸਟ ਦਾ ਜਿਹੜਾ ਸੈਂਟਰ ਹੋਏਗਾ ਉਹਦੇ ਵਿੱਚ ਅਲਾउड ਨਹੀਂ ਹੋਏंगे। ਠੀਕ ਹੈ ਜੀ, ਕੈਂਡੀਡੇਟਸ ਆਰ ਐਡਵਾਈਜ਼ ਟੂ ਬ੍ਰਿੰਗ ਓਨਲੀ ਐਡਮਿਟ ਕਾਰਡ, ਫੋਟੋ ਆਈਡੈਂਟੀਟੀ ਕਾਰਡ। ਤੁਸੀਂ ਆਪਣਾ ਆਈਡੈਂਟੀਟੀ ਕਾਰਡ ਨਾਲ ਲੈ ਕੇ ਜਾਣਾ ਜੀ।
ठीक है जी। टर्म्स एंड कंडीशंस देख लेने जी की कहते हैं जी। उस तो इलावा ठीक है जी, ਇਹ ਸੀਗੀ ਜੀ ਸਾਡੀ ਅੱਜ ਦੀ ਵੀਡੀਓ। ਹੋਪ ਕਿ ਮੈਨੂੰ ਤੁਹਾਨੂੰ ਇਹ ਵੀਡੀਓ ਬਹੁਤ ਚੰਗੀ ਲੱਗੀ ਹੋਏਗੀ। ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੈ ਜੀ ਤਾਂ ਤੁਸੀਂ ਕੀ ਕਰਨਾ ਹੈ ਜੀ, ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਅਤੇ ਨੋਟੀਫਿਕੇਸ਼ਨ ਬੈਲ ਆਈਕਨ ਨੂੰ ਦਬ ਦੇਣਾ ਤਾਂ ਕਿ ਅੱਗੇ ਜਿਹੜੀਆਂ ਵੀ ਪੰਜਾਬ ਸਰਕਾਰ ਵੱਲੋਂ ਪੋਸਟਾਂ ਆਉਣਗੀਆਂ, ਰਿਕਰੂਟਮੈਂਟਸ ਆਉਣਗੀਆਂ, ਉਹਦਾ ਨੋਟੀਫਿਕੇਸ਼ਨ ਤੁਹਾਡੇ ਕੋਲ ਆ ਜਾਵੇ ਅਤੇ ਤੁਸੀਂ ਜਾਣ ਸਕੋ ਅਤੇ ਤੁਸੀਂ ਜਲਦੀ ਤੋਂ ਜਲਦੀ ਅਪਲਾਈ ਕਰ ਸਕੋ। ਇਸ ਕਰਕੇ ਮੈਂ ਚਾਹੁੰਦਾ ਜੀ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਠੀਕ ਹੈ ਜੀ, ਠੀਕ ਹੈ ਜੀ। ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ। ਧੰਨਵਾਦ ਜੀ।